ਸੋ ਜਿਹੜਾ ਸੀਗੀ ਤੁਸੀਂ ਸੁਪਰੀਮ ਕੋਰਟ ਵਾਲੀ ਦੀ ਗੱਲ ਕਰ ਰਹੇ ਹੋ, ਇਹ ਜਿਹੜਾ ਕੁਐਸ਼ ਹੋਇਆ ਸੀਗਾ ਕੇਸ ਉਦੋਂ, ਜਿਹੜਾ 2007 ਦੀ ਜੇ ਆਪਾਂ ਗੱਲ ਕਰਦੇ ਹਾਂ ਕੀਤਾ ਗਿਆ ਸੀ, ਤਾਂ ਸ਼ਾਇਦ 11 ਵਿੱਚ ਇਹ ਹੋਇਆ ਸੀ, ਜੇ ਮੈਂ ਠੀਕ ਕਹਿ ਰਹੀ ਹਾਂ ਤਾਂ। ਤੇ ਉਹ ਸਾਰਾ ਦਾ ਸਾਰਾ ਕਿਸ ਤਰ੍ਹਾਂ, ਮਤਲਬ ਫਿਰ ਪਹਿਲੇ ਹੋ ਗਿਆ ਸੀ, ਹੁਣ 29 ਸਾਲਾਂ ਦੇ ਬਾਅਦ ਦੁਬਾਰਾ ਜਿਸ ਤਰ੍ਹਾਂ ਹੋਣਾ, ਇਹਦਾ ਅਸਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹ ਕਿਸ ਤਰ੍ਹਾਂ ਦੇਖਦੇ? ਉਸ ਵੇਲੇ ਮੈਂ ਵੈਸੇ ਹੀ ਅਦਾਲਤ ਵਿੱਚ ਬੈਠਾ ਸੀ, ਮੇਰਾ ਅੱਗੇ ਕੇਸ ਆਉਣਾ ਸੀ, ਤਾਂ ਮੈਂ ਉੱਠ ਕੇ ਦੱਸਿਆ ਕਿ ਮੇਰੇ ਤਜਰਬੇ ਦੇ ਮੁਤਾਬਿਕ ਤਾਂ ਇੱਦਾਂ ਦੇ ਬਹੁਤ ਕੇਸ ਹੈ। ਉਸ ਵੇਲੇ ਹਾਈ ਕੋਰਟ ਨੇ CBI ਨੂੰ ਪੁੱਛਿਆ ਕਿ ਤੁਸੀਂ ਪ੍ਰੀਲਿਮਿਨਰੀ ਇਨਕੁਆਇਰੀ ਕਰ ਲਓ। CBI ਨੇ ਪ੍ਰੀਲਿਮਿਨਰੀ ਇਨਕੁਆਇਰੀ ਦੇ ਵਿੱਚ ਘੱਟੋ ਘੱਟ 70 ਗਵਾਹਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਇਹ ਕਿਹਾ ਕਿ ਇਨਫੈਕਟ ਉਹਨਾਂ ਨੂੰ ਚੁੱਕ ਕੇ ਟੌਰਚਰ ਕਰਕੇ ਮਾਰਿਆ ਗਿਆ। ਉਹਦੀ ਪੂਰੀ ਰੈਪੂਟੇਸ਼ਨ ਸੀ ਕਿ ਉਹ ਮਾਰ ਸਕਦਾ ਤੁਹਾਨੂੰ, ਇੱਕ ਮੁੰਡਾ ਮਰ ਗਿਆ ਤੇ ਆਪਣੇ ਦੂਜੇ ਮੁੰਡੇ ਨੂੰ ਬਚਾਓ। ਇਹ ਤਾਂ ਸਿੱਧਾ ਐਕਚੁਅਲੀ ਤਾਂ ਮਰਡਰ ਕੇਸ ਹੈ, 302 ਲੱਗਣੀ ਚਾਹੀਦੀ ਸੀ, ਇਹਨਾਂ ਨੇ ਨਹੀਂ ਲਗਾਈ। ਲੌਕਆਊਟ ਦੇ ਵਿੱਚ ਵੀ ਤੁਸੀਂ ਆਪਣੇ DGP ਜ਼ੈਡ ਸਿਕਿਉਰਿਟੀ ਵਾਲੇ ਨੂੰ ਜੇ ਅਰੈਸਟ ਨਾ ਕਰ ਸਕੇ, ਇਹਦਾ ਮਤਲਬ ਤੁਹਾਡੀ ਜਿਹੜੀ ਇੰਟੈਂਸ਼ਨ ਹੈ ਇਹਨੂੰ ਵਾਕਿਆ ਹੀ ਇਹਨੂੰ ਸਿਰੇ ਤੇ ਪਹੁੰਚਾਉਣ ਦੀ ਨਹੀਂ ਹੈ। ਸਾਬਕਾ DGP ਜਿਹੜੇ ਨੇ ਸੈਣੀ, ਉਹਨਾਂ ਤੇ FIR ਕੱਲ ਇੱਥੇ ਮੋਟੌਰ ਜਿਹੜਾ ਹੈਗਾ ਮੋਹਾਲੀ ਦੇ ਵਿੱਚ ਇੱਕ ਦਰਜ ਹੋਈ ਹੈ, ਤੇ ਉਸ ਨੂੰ ਲੈ ਕੇ ਅੱਜ ਅਸੀਂ ਰਾਜਵਿੰਦਰ ਬੈਂਸ ਜਿਹੜੇ ਨੇ ਵਕੀਲ ਨੇ, ਉਹ ਹਿਊਮਨ ਰਾਈਟਸ ਦੇ ਵੀ ਵਕੀਲ ਨੇ, ਤੇ ਉਹਨਾਂ ਨੇ ਇੱਦਾਂ ਦੇ ਕਈ ਮਾਮਲਿਆਂ ਤੇ ਹਮੇਸ਼ਾ ਜਿਹੜਾ ਹੈਗਾ ਕੰਮਕਾਜ ਕੀਤਾ ਹੋਇਆ, ਬਹੁਤ ਸਾਰੇ ਇਹੋ ਜਿਹੇ ਮਾਮਲੇ ਲੜੇ ਹੋਏ, ਉਹਨਾਂ ਨਾਲ ਅੱਜ ਅਸੀਂ ਇਸ ਬਾਰੇ ਗੱਲਬਾਤ ਕਰਦੇ ਹਾਂ। ਸਰ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਸਰ, ਜਿਹੜਾ ਇਹ ਸਾਰਾ ਮਾਮਲਾ ਹੈਗਾ ਇਹਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਦੱਸੋਗੇ, ਕੱਲ ਕਿਉਂਕਿ ਇੱਕ FIR ਹੋਈ ਹੈ। ਸੀ ਦਰਸ਼ਨ ਸਿੰਘ ਮੁਲਤਾਨੀ ਪੰਜਾਬ ਦਾ ਇੱਕ IAS ਆਫੀਸਰ ਸੀ। ਉਹਨਾਂ ਦੇ ਲੜਕੇ ਦਾ ਨਾਮ ਹੈ ਬਲਵੰਤ ਸਿੰਘ ਮੁਲਤਾਨੀ। ਯੰਗ ਸੀ, 17-18 ਸਾਲ ਦਾ ਸੀ, ਵੇ ਬੈਕ ਇਨ ਦਸੰਬਰ 1991। ਔਰ ਉਸ ਵੇਲੇ ਸਮੇਤ ਸਿੰਘ ਸੈਣੀ ਉਸ ਵੇਲੇ SSP ਚੰਡੀਗੜ੍ਹ ਸੀ। ਉਹਨਾਂ 'ਤੇ ਇੱਕ ਬੰਬ ਬਲਾਸਟ ਹੋਇਆ ਸੀ, ਅਟੈਕ ਹੋਇਆ ਸੀ, ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਕੇਸ ਦੇ ਦੌਰਾਨ ਉਹ ਅਗਸਤ 'ਚ ਹੋਇਆ ਸੀ, ਦਸੰਬਰ ਦੇ ਵਿੱਚ ਇਹਨੂੰ ਅਰੈਸਟ ਕਰ ਲਿਆ। 11 ਨੂੰ ਇਲੀਗਲੀ ਚੁੱਕਿਆ, 13 ਨੂੰ ਇਹਨਾਂ ਦੇ ਖਿਲਾਫ ਇੱਕ ਅਲੱਗ FIR ਕਰਤਾ ਕਿ ਇਹਨਾਂ ਨੇ ਕਿਸੇ ਨੂੰ ਪਨਾਹ ਦਿੱਤਾ ਹੈ, ਅਤੇ 19 ਨੂੰ ਇੱਕ FIR ਦਰਜ ਕਰਤਾ ਕਿ ਇਹ ਕਸਟਡੀ ਤੋਂ ਨਿਕਲ ਗਿਆ। ਉਹ FIR ਹੋਇਆ ਪੰਜਾਬ ਦੇ ਵਿੱਚ, ਇਹ ਪਹਿਲੇ 2 FIR ਹੋਏ ਚੰਡੀਗੜ੍ਹ ਵਿੱਚ, ਅਤੇ ਉਹਦੇ ਨਾਲ 3-4 ਹੋਰ ਬੰਦੇ ਵੀ ਪਕੜੇ ਸੀ, ਮਗਰ ਉਹ ਸਾਰੇ ਹੀ ਪੁਲਿਸ ਨੇ ਦਿਖਾਤਾ ਕਿ ਕਸਟਡੀ ਤੋਂ ਭੱਜ ਗਏ, ਉਹਨਾਂ ਨੂੰ ਪ੍ਰੋਕਲੇਮਡ ਅਫੈਂਡਰ ਨਾ ਦਿੱਤਾ। ਸੋ ਜਿਹੜਾ ਕੇਸ ਚੱਲਿਆ ਸਮੇਤ ਸਿੰਘ ਸੈਣੀ ਦੇ ਬੰਬ ਬਲਾਸਟ ਦਾ, ਉਸ ਕੇਸ ਦੇ ਵਿੱਚ 5 ਬੰਦੇ ਪ੍ਰੋਕਲੇਮਡ ਅਫੈਂਡਰ ਦਿਖਾਏ ਗਏ ਸੀ। 3 ਬੰਦਿਆਂ ਦੇ ਖਿਲਾਫ ਪ੍ਰੋਸੀਡਿੰਗ ਚੱਲੀਆਂ ਸੀ, ਉਹ ਸਾਰੇ ਕੁਇਟ ਹੋ ਗਏ ਵੇ ਬੈਕ ਇਨ 2007। 15 ਸਾਲ ਬਾਅਦ ਕੇਸ ਤੋਂ 14 ਸਾਲ ਬਾਅਦ ਸਾਰੇ ਬੰਦੇ ਉਸ ਕੇਸ ਵਿੱਚ ਕੁਇਟ ਹੋ ਗਏ, ਅਤੇ ਉਹਨਾਂ ਵਿੱਚ ਇੱਕ ਲਾਇਰ ਵੀ ਸੀ, GR ਮਾਨ, ਉਹਦਾ ਹਸਬੈਂਡ ਵੀ ਸੀ, ਪ੍ਰੋਫੈਸਰ ਭੁੱਲਰ ਵੀ ਨਾਮ ਸੀ। ਅਤੇ ਉਹਦੇ ਵਿੱਚ ਜਦੋਂ ਸੁਣਵਾਈ ਚੱਲ ਰਹੀ ਸੀ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਉਸ ਐਕੁਇਟਲ ਕੇਸ ਦੇ ਖਿਲਾਫ ਅਪੀਲ ਫਾਈਲ ਕੀਤੀ ਸੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਇਹ ਕੁਐਸਚਨ ਅਰਾਈਜ਼ ਹੋਇਆ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਪ੍ਰੋਕਲੇਮਡ ਅਫੈਂਡਰ ਲਿਖਿਆ ਹੈ ਜਾਂ ਭੱਜੇ ਹੋਏ ਮੁਜਰਿਮ ਹੈ, ਉਹਨਾਂ ਨੂੰ ਪਕੜ ਕਿਉਂ ਨਹੀਂ ਸਕੇ। ਉਸ ਵੇਲੇ ਮੈਂ ਵੈਸੇ ਹੀ ਅਦਾਲਤ ਵਿੱਚ ਬੈਠਾ ਸੀ, ਮੇਰਾ ਅੱਗੇ ਕੇਸ ਆਉਣਾ ਸੀ, ਤਾਂ ਮੈਂ ਉੱਠ ਕੇ ਦੱਸਿਆ ਕਿ ਮੇਰੇ ਤਜਰਬੇ ਦੇ ਮੁਤਾਬਿਕ ਤਾਂ ਇੱਦਾਂ ਦੇ ਬਹੁਤ ਕੇਸ ਹੈ ਜਿੱਥੇ ਜਿਹੜਾ ਪ੍ਰੋਕਲੇਮਡ ਅਫੈਂਡਰ ਆਪਣੇ ਰਿਕਾਰਡ ਵਿੱਚ ਕਹਿੰਦੇ ਉਹਨਾਂ ਨੂੰ ਮਾਰ ਦਿੱਤਾ ਗਿਆ। ਅਕਸਰ ਜਿਹੜਾ ਮੋਡਸ ਆਪਰੈਂਡੀ ਪੰਜਾਬ ਪੁਲਿਸ ਦਾ ਸੀ ਉਸ ਵੇਲੇ ਕਿ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਹੁੰਦਾ ਸੀ ਉਹਨਾਂ ਨੂੰ ਮਾਰ ਦਿੰਦੇ ਸੀ, ਤਾਂ ਜਿਹੜੇ ਉਹਨਾਂ ਦਾ ਸਪੋਰਟ ਗਰੁੱਪ ਸੀ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਦਿੰਦੇ ਸੀ। ਇਸੇ ਕਰਕੇ ਟਾਡਾ ਵਿੱਚ ਹਮੇਸ਼ਾ ਕਨਵਿਕਸ਼ਨ ਰੇਟ ਬਹੁਤ ਘੱਟ ਰਿਹਾ, ਕਿਉਂਕਿ ਝੂਠੇ ਕੇਸ ਸੀ ਜ਼ਿਆਦਾ। ਤਾਂ ਜਦੋਂ ਇਹ ਦੱਸਿਆ ਤਾਂ ਉਹ ਜਿਹੜੀ ਡਿਵੀਜ਼ਨ ਬੈਂਚ ਸੀ ਉਹ ਕਹਿੰਦੇ ਕਿ ਤੁਹਾਨੂੰ ਲਿਖ ਕੇ ਦੇ ਦਿਓ। ਫਿਰ ਅਸੀਂ ਲਿਖ ਕੇ ਦੇ ਦਿੱਤਾ। ਇਹ ਅਖਬਾਰ ਵਿੱਚ ਜਦੋਂ ਕਟਿੰਗ ਛਪੀ ਤਾਂ ਦਰਸ਼ਨ ਸਿੰਘ ਮੁਲਤਾਨੀ, ਬਲਵੰਤ ਸਿੰਘ ਮੁਲਤਾਨੀ ਦੇ ਪਿਤਾ ਜੀ ਆਏ। ਫਿਰ ਅਸੀਂ ਉਹਨਾਂ ਵੱਲੋਂ ਇੱਕ ਫਾਰਮਲ ਐਪਲੀਕੇਸ਼ਨ ਦਿੱਤੀ ਕਿ ਜਿਹੜਾ ਡਿਸਅਪੀਅਰੈਂਸ ਕੇਸ ਹੈ, ਜਿਹੜੇ PO ਕੇਸਿਸ ਹੈ ਚਾਰੋਂ ਬੰਦਿਆਂ ਦਾ, ਇਹ ਇਨਫੈਕਟ PO ਕੇਸ ਨਹੀਂ ਹੈ, ਇਹ ਕ੍ਰਾਈਮ ਹੈ, ਇਹ ਕਸਟੋਡੀਅਲ ਡੈਥ ਐਂਡ ਟਾਰਚਰ ਦੇ ਕੇਸ ਹੈ, ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਉਸ ਵੇਲੇ ਹਾਈ ਕੋਰਟ ਨੇ CBI ਨੂੰ ਪੁੱਛਿਆ ਕਿ ਤੁਸੀਂ ਪ੍ਰੀਲਿਮਿਨਰੀ ਇਨਕੁਆਇਰੀ ਕਰ ਲਓ। CBI ਨੇ ਪ੍ਰੀਲਿਮਿਨਰੀ ਇਨਕੁਆਇਰੀ ਦੇ ਵਿੱਚ ਘੱਟੋ ਘੱਟ 70 ਗਵਾਹਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਇਹ ਕਿਹਾ ਕਿ ਇਨਫੈਕਟ ਉਹਨਾਂ ਨੂੰ ਚੁੱਕ ਕੇ ਟਾਰਚਰ ਕਰਕੇ ਮਾਰਿਆ ਗਿਆ। ਔਰ CBI ਨੇ ਫਿਰ ਅਲਟੀਮੇਟਲੀ 2 ਜੁਲਾਈ 2008 ਵਿੱਚ FIR ਦਰਜ ਕਰ ਲਿਆ ਸਮੇਤ ਸਿੰਘ ਸੈਣੀ ਔਰ ਉਹਦੇ ਅਫਸਰਾਂ ਦੇ ਖਿਲਾਫ। ਉਹਦੇ ਵਿੱਚ ਸਪਸ਼ਟ ਬਾਏ ਨੇਮ FIR ਹੈ। ਉਹਦੇ 'ਚ ਲਿਖਿਆ ਕਿ ਸਮੇਤ ਸਿੰਘ ਸੈਣੀ ਨੇ ਆਪਣੀ ਪ੍ਰੈਜ਼ੈਂਸ ਦੇ ਵਿੱਚ ਅਤੇ ਉਹਨਾਂ ਦੇ ਆਰਡਰ 'ਤੇ ਬਲਵੰਤ ਸਿੰਘ ਮੁਲਤਾਨੀ ਨੂੰ ਮਾਰਿਆ ਗਿਆ, ਅਤੇ ਉਹ ਬਾਕੀ ਬੰਦਿਆਂ ਦਾ ਵੀ ਜ਼ਿਕਰ ਹੈਗਾ। ਤੋ ਉਸ ਤੋਂ ਬਾਅਦ ਚੀਜ਼ਾਂ ਸੀਰੀਅਸ ਹੋ ਗਈਆਂ।
ਔਰ ਉਹੀ ਟਾਈਮ ਸੀ ਜਦੋਂ ਅਕਾਲੀ ਸਰਕਾਰ ਪਾਵਰ ਵਿੱਚ ਆ ਗਈ, ਤੇ ਉਦੋਂ ਹੀ ਟਾਈਮ ਸੀ ਜਦੋਂ ਸਮੇਤ ਸਿੰਘ ਸੈਣੀ ਡੀਜੀਪੀ ਬਣ ਗਏ, ਤੇ ਉਦੋਂ ਸਰਕਾਰ ਨੇ ਫਿਰ ਇਸ ਜਜਮੈਂਟ ਦੇ ਖਿਲਾਫ ਅਪੀਲ ਕੀਤੀ ਸੁਪਰੀਮ ਕੋਰਟ। ਸਰ ਜਿਹੜਾ ਸੀਗੀ ਤੁਸੀਂ ਸੁਪਰੀਮ ਕੋਰਟ ਵਾਲੀ ਦੀ ਗੱਲ ਕਰ ਰਹੇ ਹੋ, ਇਹ ਜਿਹੜਾ ਕੁਐਸ਼ ਹੋਇਆ ਸੀਗਾ ਕੇਸ ਉਦੋਂ ਜਿਹੜਾ 2007 ਦੀ ਜੇ ਆਪਾਂ ਗੱਲ ਕਰਦੇ ਹਾਂ ਕੀਤਾ ਗਿਆ ਸੀ, ਤਾਂ ਸ਼ਾਇਦ 11 ਵਿੱਚ ਇਹ ਹੋਇਆ ਸੀ ਜੇ ਮੈਂ ਠੀਕ ਕਹਿ ਰਹੀ ਹਾਂ ਤਾਂ, ਤੇ ਉਹ ਸਾਰਾ ਦਾ ਸਾਰਾ ਕਿਸ ਤਰ੍ਹਾਂ ਮਤਲਬ ਫਿਰ ਪਹਿਲੇ ਹੋ ਗਿਆ ਸੀ, 29 ਸਾਲਾਂ ਦੇ ਬਾਅਦ ਦੁਬਾਰਾ ਜਿਸ ਤਰ੍ਹਾਂ ਹੋਣਾ, ਇਹਦਾ ਅਸਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ? ਦੇਖੋ ਇਹ ਤਾਂ ਜਿਹੜਾ ਸਾਡੇ ਮੁਲਕ ਵਿੱਚ ਕਿਸੇ ਵੀ ਪਾਵਰਫੁਲ ਬੰਦੇ ਨੂੰ ਸਜ਼ਾ ਦਿਵਾਉਣਾ ਔਖਾ ਕੰਮ ਹੈ, ਔਰ ਇਸ ਲਈ 10 20 25 ਸਾਲ ਲੱਗ ਜਾਂਦੇ ਨੇ ਜੇ ਤੁਸੀਂ ਫੋਲੋ ਵੀ ਕਰੋ। ਇੱਥੇ ਪਰਿਵਾਰ ਨੇ ਫੋਲੋ ਅਪ ਨਹੀਂ ਕਰ ਸਕਿਆ, ਔਰ ਕਿਉਂਕਿ ਦੂਸਰੇ ਪਾਸੇ ਬਹੁਤ ਪਾਵਰਫੁਲ ਪੁਲਿਸ ਆਫਿਸਰ ਸੀ, ਉਹਦੀ ਪੂਰੀ ਰੈਪੂਟੇਸ਼ਨ ਸੀ ਕਿ ਉਹ ਮਾਰ ਸਕਦਾ ਤੁਹਾਨੂੰ, ਇੱਕ ਮੁੰਡਾ ਮਰ ਗਿਆ ਤੇ ਆਪਣੇ ਦੂਜੇ ਮੁੰਡੇ ਨੂੰ ਬਚਾਓ, ਇਹ ਲੋਕੀ ਕਨਵੈਨਸ਼ਨਲ ਵਿਜ਼ਡਮ ਸਮਝਦੇ ਸੀ। ਤਾਂ ਦਰਸ਼ਨ ਸਿੰਘ ਮੁਲਤਾਨੀ ਨੂੰ ਵੀ ਇਸੇ ਕਰਕੇ ਉਹਨਾਂ ਨੇ ਜ਼ਿਆਦਾ ਪਰਸਿਊ ਨਹੀਂ ਕੀਤਾ 91 ਔਨਵਰਡ, ਹਾਲਾਂਕਿ ਉਹਨਾਂ ਨੇ ਕੋਰਟ ਵਿੱਚ ਹੈਬੀਅਸ ਕਾਰਪਸ ਕੀਤੀ ਸੀ, ਉਹ ਡਿਸਮਿਸ ਕਰਤੀ ਸੀ ਕੋਰਟ ਨੇ ਪੰਜਾਬ ਸਰਕਾਰ ਦੇ ਐਫੀਡੇਵਿਟ 'ਤੇ ਕਿ ਜੀ FIR ਦਰਜ ਹੈ, ਉਹ ਭੱਜ ਗਿਆ ਹੈ, ਔਰ ਉਸ ਵਰਸ਼ਨ ਨੂੰ ਉਸ ਵੇਲੇ ਕੋਰਟ ਨੇ ਐਕਸੈਪਟ ਕਰ ਲਿਆ ਸੀ। ਤੇ ਉਸ ਤੋਂ ਬਾਅਦ ਮੁਲਤਾਨੀ ਸਾਹਿਬ ਨੇ ਕੁਝ ਨਹੀਂ ਕੀਤਾ, ਮਗਰ ਇਨਸੀਡੈਂਟਲੀ ਬਾਈ ਚਾਂਸ 2007 ਵਿੱਚ ਕਿਉਂਕਿ ਉਹਦੀ ਅਪੀਲ ਦੀ ਹੀਅਰਿੰਗ ਹੋ ਰਹੀ ਸੀ, ਇਹ ਮਾਮਲਾ ਦੁਬਾਰਾ ਉਜਾਗਰ ਹੋ ਗਿਆ, ਫਿਰ ਕੋਰਟ ਨੇ ਉਹਦਾ ਕੋਗਨੀਜ਼ੈਂਸ ਲਈ ਤੇ ਫਿਰ ਇਨਵੈਸਟੀਗੇਸ਼ਨ ਹੋਈ, ਤਾਂ ਫਿਰ CBI ਇਸ ਕੰਕਲੂਜਨ 'ਤੇ ਪਹੁੰਚੀ ਕਿ ਵਾਕਿਆ ਇਹਨਾਂ ਦਾ ਮਰਡਰ ਹੋਇਆ। ਤੇ 2007 ਵਿੱਚ ਜਿਹੜੇ ਕਸਟੋਡੀਅਲ ਡੈਥ ਦੇ ਕੇਸ ਹੈ, ਇਹ ਬੜੀ ਦੇਰ ਬਾਅਦ ਵੀ, ਕਿਉਂਕਿ ਮਰਡਰ ਦੇ ਵਿੱਚ ਲਿਮਿਟੇਸ਼ਨ ਨਹੀਂ ਹੁੰਦੀ, ਇਹ 20 ਸਾਲ ਬਾਅਦ ਵੀ ਚੱਲ ਸਕਦੇ ਨੇ। ਤੇ ਉਹਨਾਂ ਹਾਲਾਤਾਂ ਵਿੱਚ ਜਦੋਂ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚਿਆ, ਔਰ ਕਾਨੂੰਨ ਦੇ ਮੁਤਾਬਿਕ ਆਰਡੀਨਰੀ ਇਨਵੈਸਟੀਗੇਸ਼ਨ ਨੂੰ ਕੋਈ ਖਤਮ ਨਹੀਂ ਕਰਦਾ, ਕਿਉਂਕਿ ਅਲਟੀਮੇਟਲੀ ਕੋਰਟ ਨੇ ਤਾਂ ਕਿਹਾ ਨਹੀਂ ਸੀ, ਨਾ ਹੀ ਅਸੀਂ ਕਿਹਾ ਸੀ, CBI ਨੂੰ ਆਪਾਂ ਇੰਡੀਪੈਂਡੈਂਟ ਏਜੰਸੀ ਮੰਨਦੇ ਆ, ਸੈਂਟਰਲ ਗਵਰਨਮੈਂਟ ਦੀ ਏਜੰਸੀ ਹੈ, ਉਹਨਾਂ ਦੀ ਇਨਕੁਆਇਰੀ ਹੈ, ਉਹਨਾਂ ਦੀ ਇਨਵੈਸਟੀਗੇਸ਼ਨ, ਉਹਨਾਂ ਨੇ ਇਹ ਕੰਕਲੂਜਨ ਕੱਢਿਆ ਸੀ ਕਿ ਸਮੇਤ ਸਿੰਘ ਸੈਣੀ ਨੇ ਇਹ ਮਰਡਰ ਕੀਤੇ ਨੇ। ਉਸ ਵੇਲੇ ਸੁਪਰੀਮ ਕੋਰਟ ਨੇ ਅਲਟੀਮੇਟਲੀ ਇਹ ਜਜਮੈਂਟ ਦਿੱਤੀ। ਹੀਅਰਿੰਗ ਦੇ ਦੌਰਾਨ ਅਸੀਂ ਐਫੀਡੇਵਿਟ ਫਾਈਲ ਕੀਤਾ ਸੀ, ਹੀਅਰਿੰਗ ਦੇ ਦੌਰਾਨ ਉਹਨਾਂ ਨੇ ਕੁਝ ਪੈਕੇਟ ਦਿੱਤੇ, ਕੁਝ ਸੀਲਡ ਕਵਰ ਦੇ ਵਿੱਚ ਕੁਝ ਮਟੀਰੀਅਲ ਦਿੱਤਾ ਜੱਜਾਂ ਨੂੰ ਕਿ ਜੀ ਇਹ ਮਟੀਰੀਅਲ ਤੁਸੀਂ ਦੇਖ ਲਓ। ਉਹ ਮਟੀਰੀਅਲ ਕੀ ਸੀ ਸਾਨੂੰ ਨਹੀਂ ਪਤਾ, ਬਟ ਸਾਰੀ ਜਜਮੈਂਟ ਉਸ ਮਟੀਰੀਅਲ ਦੇ ਬੇਸਡ ਹੈ। ਉਹ ਮਟੀਰੀਅਲ ਸੀ ਕਿ ਜੋ ਜਜਮੈਂਟ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਮਹਿਤਾਬ ਸਿੰਘ ਗਿੱਲ ਜਿਹੜਾ ਇੱਕ ਜੱਜ ਸੀ, 2 ਜੱਜਾਂ ਦਾ ਫੈਸਲਾ ਸੀ, ਇੱਕ ਜੱਜ ਸੀ, ਉਹਦੇ ਖਿਲਾਫ ਇਨਵੈਸਟੀਗੇਸ਼ਨ ਕਰਾਈ ਗਈ ਸੀ ਹਾਈ ਕੋਰਟ ਨੇ ਜਦੋਂ ਸਿੱਧੂ PPSC ਚੇਅਰਮੈਨ ਦਾ ਸਕੈਮ ਹੋਇਆ ਸੀ। ਉਹਦੇ ਵਿੱਚ ਮਹਿਤਾਬ ਸਿੰਘ ਗਿੱਲ ਔਰ 2 ਹੋਰ ਜੱਜਾਂ ਦਾ ਕੁਝ ਇਨਵੋਲਵਮੈਂਟ ਸੀ। ਉਹਦੀ ਇਨਕੁਆਇਰੀ ਰਿਪੋਰਟ ਵਿੱਚ ਉਹਦੀ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਸਮੇਤ ਸਿੰਘ ਸੈਣੀ ਵੀ ਮੈਂਬਰ ਸੀ। ਉਸ ਬੇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਉਸ ਵੇਲੇ ਦਾ ਜੱਜ ਸੀ ਉਹ ਬਾਇਸ ਸੀ, ਇੰਪਾਰਸ਼ਲ ਨਹੀਂ ਸੀ, ਤੇ ਇਸ ਕਰਕੇ ਉਹਨੇ ਇਹ ਆਰਡਰ ਕੀਤਾ, ਤੇ ਇਸ ਕਰਕੇ ਇਹ ਨਹੀਂ ਚੱਲ ਸਕਦਾ ਐਂਡ ਉਹਨਾਂ ਨੇ ਇਹਨੂੰ ਖਤਮ ਕਰਤਾ। ਬਟ ਉਹਨਾਂ ਨੇ ਥੋੜ੍ਹੀ ਜਿਹੀ ਖਿੜਕੀ ਖੁੱਲ੍ਹੀ ਰੱਖੀ ਕਿ ਜੇ ਕੰਪਲੇਨੈਂਟ ਪਰਿਵਾਰ ਇਹਨੂੰ ਪਰਸਿਊ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਹੈ, ਔਰ ਉਹ ਆਲਟਰਨੇਟਿਵ ਰੈਮਡੀ ਹੈਗੇ, ਬਟ ਇਹ FIR ਨਹੀਂ ਚੱਲੇਗਾ ਕਿਉਂਕਿ ਇਹ FIR ਉਸ ਆਰਡਰ ਕਰਕੇ ਹੋਇਆ ਜਿਹੜਾ ਇੱਕ ਬਾਇਸ ਜੱਜ ਨੇ ਦਿੱਤਾ। ਤੇ ਉਸ ਤੋਂ ਬਾਅਦ ਸਾਡੇ ਕੋਲ ਪੂਰੀ ਆਜ਼ਾਦੀ ਸੀ ਕਿ ਅਸੀਂ ਦੁਬਾਰਾ ਤੋਂ ਸ਼ੁਰੂ ਕਰਦੇ, ਮਗਰ ਤੁਸੀਂ ਦੇਖਿਆ ਹੋਇਆ ਉਸ ਵੇਲੇ ਉਹ DGP ਕਾਫੀ ਸਾਲ ਰਹੇ, ਔਰ ਉਸ ਵੇਲੇ ਦਰਸ਼ਨ ਸਿੰਘ ਮੁਲਤਾਨੀ ਬਜ਼ੁਰਗ ਹੋ ਗਏ ਸੀ, ਉਹਨਾਂ ਨੇ ਵੇਟ ਕਰ ਰਹੇ ਸੀ, ਤਾਂ ਉਦੋਂ ਬਿਮਾਰ ਹੋ ਕੇ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਉਹਨਾਂ ਦਾ ਦੂਸਰੇ ਲੜਕੇ ਨੇ ਉਹਨੂੰ ਪਰਸਿਊ ਨਹੀਂ ਕੀਤਾ, ਤੇ ਅਚਾਨਕ ਅੱਜ 5 ਮਈ ਨੂੰ ਜਾਂ 6 ਮਈ ਨੂੰ ਉਹਨਾਂ ਇਹ FIR ਦਰਜ ਹੋਇਆ। ਤੇ ਇਹ ਓਬਵੀਅਸਲੀ ਕਲੀਅਰ ਦੀ ਗੱਲ ਹੈ ਕਿ ਇਹ FIR ਪਰਿਵਾਰ ਦੇ ਕੰਪਲੇਂਟ 'ਤੇ ਤਾਂ ਚਾਹੇ ਕੀਤਾ ਗਿਆ ਉਹਨਾਂ ਨੇ, ਮਗਰ ਉਹ ਤਾਂ ਬੜੀ ਦੇਰ ਤੋਂ ਕੰਪਲੇਂਟ ਕਰ ਰਹੇ ਸੀ, ਉਦੋਂ ਤਾਂ ਇੰਨੇ ਸਾਲਾਂ ਵਿੱਚ ਸਰਕਾਰਾਂ ਨੇ ਇਸ ਗੱਲ ਦੀ ਕੋਈ ਨੋਟਿਸ ਨਹੀਂ ਲਿਆ। ਤੇ ਹੁਣ ਅਚਾਨਕ ਕਿਹਨਾਂ ਸਰਕਮਸਟੈਂਸ ਐਸੀ ਕੀ ਗੱਲ ਹੋ ਗਈ ਹੈ ਕਿ ਤੁਸੀਂ FIR ਦਰਜ ਕਰਤਾ ਔਰ ਫਿਰ ਤੁਸੀਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਬਟ ਨਹੀਂ ਕੀਤਾ, ਜਾਂ ਅਰੈਸਟ ਨਹੀਂ ਕਰਨਾ ਚਾਹੁੰਦੇ ਸੀ। ਇਹ ਜੋ ਵੀ ਹਾਈ ਲੈਵਲ ਪੋਲਿਟਿਕਸ ਕਹਿ ਲਓ ਜਾਂ ਪਾਵਰ ਗੇਮ ਕਹਿ ਲਓ, ਇਹ ਉਹੀ ਜਾਣਦੇ ਨੇ। ਬਟ ਮੈਨੂੰ ਤਾਂ ਇਹ ਕਲੀਅਰ ਹੈ ਕਿ ਇਹ ਨਾ ਹੀ ਪਰਿਵਾਰ ਦੀ ਮਦਦ ਕਰਨ ਲਈ ਕੀਤਾ ਗਿਆ, ਇਹ ਆਪਸੀ ਰੰਜਿਸ਼, ਆਪਸੀ ਲੜਾਈ, ਆਪਸੀ ਜਿਹੜੀ ਪਾਵਰ ਪੋਲਿਟਿਕਸ ਇਕੁਏਸ਼ਨ ਹੁੰਦੀ ਹੈ ਜਿੱਥੇ ਵੱਡਾ ਗੈਂਗ ਇੱਕ ਦੂਜੇ ਨੂੰ ਮੈਸੇਜ ਦਿੰਦੇ ਹੈ। ਕਿਉਂਕਿ ਸੈਣੀ ਸਾਹਿਬ ਨੇ ਅਲਟੀਮੇਟਲੀ ਸਿਟੀ ਸੈਂਟਰ ਸਕੈਮ ਦੀ ਇਨਵੈਸਟੀਗੇਸ਼ਨ ਕਰਕੇ ਇਹੀ ਚੀਫ ਮਿਨਿਸਟਰ ਦੇ ਖਿਲਾਫ ਚਾਰਜਸ਼ੀਟ ਪਾਈ ਸੀ, ਉਸ ਇਕੁਇਟਲ ਨੂੰ ਹੁਣ ਚੈਲੰਜ ਵੀ ਕੀਤਾ ਹਾਈ ਕੋਰਟ। ਤੇ ਕਲੀਅਰਲੀ ਕਿ ਉਹਦਾ ਜਿਹੜਾ ਬਦਲਾ ਲੈਣ ਲਈ ਜਾਂ ਉਹਨੂੰ ਇੱਕ ਤਰ੍ਹਾਂ ਦਾ ਮੈਸੇਜ ਦੇਣ ਲਈ ਤੁਸੀਂ ਇੱਕ ਨਵੀਂ ਪੁਰਾਣਾ ਕੇਸ ਕੱਢ ਲਿਆ। ਮਗਰ ਪਰਿਵਾਰ ਦੇ ਵੱਲੋਂ ਤਾਂ ਇਹ ਹੈ ਕਿ ਉਦੋਂ ਵੀ ਇਨਫਲੂਐਂਸ ਕਰਕੇ ਇਨਵੈਸਟੀਗੇਸ਼ਨ ਨਹੀਂ ਹੋਇਆ, ਜੇ ਹੁਣ ਸ਼ੁਰੂ ਹੋਣ ਲੱਗਾ ਤਾਂ ਹੁਣ ਵੀ ਇਨਫਲੂਐਂਸ ਕਰਕੇ ਹੋ ਰਿਹਾ। ਤਾਂ ਉਸ ਹਿਸਾਬ ਨਾਲ ਸਾਨੂੰ ਲੱਗਦਾ ਕਿ ਇਨਸਾਫ ਦੇ ਹਿਸਾਬ ਨਾਲ ਤਾਂ ਠੀਕ ਹੈ, ਹੋਇਆ ਠੀਕ ਹੋ ਗਿਆ। ਤੇ ਜੇ ਹੁਣ ਅੱਗੇ ਸਰਕਾਰ ਜਲਦੀ ਇਹਦੀ ਇਨਵੈਸਟੀਗੇਸ਼ਨ ਕਰਕੇ ਚਲਾਨ ਪੇਸ਼ ਕਰ ਦਿੰਦੀ ਹੈ ਤਾਂ ਘੱਟੋ ਘੱਟ ਪਰਿਵਾਰ ਨੂੰ ਕੁਛ ਤਾਂ ਰਾਹਤ ਮਿਲੇਗੀ। ਸਰ ਜੇ ਆਪਾਂ ਲਾਅ ਨੂੰ ਦੇ ਪ੍ਰੀਵਿਊ 'ਚ ਦੇਖੀਏ ਤਾਂ ਜਿਹੜੀਆਂ ਇਸ 'ਤੇ FIR ਦੇ ਵਿੱਚ ਧਾਰਾਵਾਂ ਲੱਗੀਆਂ ਹੋਈਆਂ
ਉਹ ਡਿਸਪੀਅਰੈਂਸ ਔਰ ਕਿਹੜੀਆਂ ਤੇ ਉਹਦੇ ਤੇ ਕੀ ਮਤਲਬ ਕਿੱਦਾਂ ਬਣਦੀਆਂ ਨੇ, ਕਿਸ ਤਰ੍ਹਾਂ ਤੁਸੀਂ ਉਹਨੂੰ ਲਾਅ ਦੇ ਰਿਵਿਊ 'ਚ ਦੇਖੋਗੇ? ਦੇਖੋ, ਜੇ ਇਹ ਤਾਂ ਸਿੱਧਾ ਐਕਚੁਅਲੀ ਤਾਂ ਮਰਡਰ ਕੇਸ ਹੈ, 302 ਲੱਗਣੀ ਚਾਹੀਦੀ ਸੀ, ਇਹਨਾਂ ਨੇ ਨਹੀਂ ਲਗਾਈ ਕਿਉਂਕਿ ਜਿਹੜਾ ਸਾਡੇ ਕੋਲ ਸਬੂਤ ਸੀ ਜਾਂ ਪਰਿਵਾਰ ਕੋਲ ਸਬੂਤ ਸੀ ਉਹ ਸਿਰਫ ਅਬਡਕਸ਼ਨ ਦਾ ਸੀ ਕਿ ਉਹਨੂੰ ਚੁੱਕ ਕੇ ਲੈ ਗਏ। ਉਸ ਤੋਂ ਬਾਅਦ ਬੰਦੇ ਨੂੰ ਦੇਖਿਆ ਨਹੀਂ ਗਿਆ। ਉਸ ਤੋਂ ਬਾਅਦ ਕੁਝ ਗਵਾਹ ਕਹਿੰਦੇ ਨੇ ਕਸਟਡੀ ਵਿੱਚ ਉਹਨੂੰ ਟੌਰਚਰ ਕੀਤਾ ਗਿਆ, ਉਹ ਚੱਲ ਨਹੀਂ ਸਕਦਾ ਸੀ, ਉਹ ਬੁਰੀ ਤਰ੍ਹਾਂ ਇੰਜਰਡ ਸੀ। ਉਹਦੇ ਨਾਲ ਜਿਹੜੀ escape ਥਿਊਰੀ ਹੈ ਜਾਂ escape FIR ਬਿਲਕੁਲ ਗਲਤ ਹੋ ਜਾਂਦਾ ਹੈ। ਤੇ ਜੇ ਬੰਦੇ ਨੂੰ ਕੋਈ ਅਰੈਸਟ ਕੀਤਾ ਹੋਵੇ ਬਾਅਦ 'ਚ ਕੁਛ ਨਾ ਪਤਾ ਚੱਲੇ ਉਹਦਾ ਔਰ ਉਸ ਕੰਡੀਸ਼ਨ ਵਿੱਚ ਹੋਵੇ ਜਿੱਥੇ ਉਹ ਭੱਜ ਨਹੀਂ ਸਕਦਾ, ਤਾਂ ਇੱਕ ਲਾਅ ਦੇ ਵਿੱਚ ਤੁਸੀਂ ਇਨਫਰੈਂਸ ਡਰਾ ਕਰ ਸਕਦੇ ਕਿ ਉਹਨੂੰ ਮਾਰ ਦਿੱਤਾ ਗਿਆ, ਸਪੈਸ਼ਲੀ ਜਦੋਂ ਉਸ ਤੋਂ 29 ਸਾਲ ਤੱਕ ਉਹਦੇ ਬਾਰੇ ਕੁਝ ਪਤਾ ਨਹੀਂ ਚੱਲਿਆ। ਜੇ ਤਾਂ ਉਹ ਜਿੰਦਾ ਹੁੰਦਾ ਫਿਰ ਤੱਕ ਉਹਦੀ ਕੁਝ ਖਬਰ ਮਿਲਣੀ ਸੀ, ਕਿੱਥੇ ਗਿਆ, ਕਦੋਂ ਗਿਆ, ਕਿਤੇ ਹੋਰ ਜਗ੍ਹਾ, ਕਿਉਂਕਿ ਹੋਰ ਬੰਦਿਆਂ ਨੂੰ ਕਿ ਬਾਅਦ ਵਿੱਚ ਲੋਕੀ ਪਤਾ ਲੱਗਿਆ ਇੱਕ ਬੰਦਾ ਇਹਨਾਂ 'ਚੋਂ USA ਹੈਗਾ, ਉਹ ਜ਼ਿੰਦਾ ਹੈ ਹਾਲੇ। ਤੇ ਇਸ ਕਰਕੇ ਇਹ ਕਲੀਅਰ ਹੀ ਹੈ ਕਿ ਜਿਹੜਾ 29 ਸਾਲ ਕਸਟਡੀ ਤੋਂ ਭੱਜਿਆ ਬੰਦੇ ਦਾ ਕੁਝ ਬਾਰੇ ਪਤਾ ਨਹੀਂ ਲੱਗੇ ਤਾਂ ਇਹਦਾ ਮਤਲਬ ਉਹਨੂੰ ਮਾਰ ਦਿੱਤਾ ਗਿਆ, ਤੁਸੀਂ ਝੂਠਾ FIR ਦਰਜ ਕੀਤਾ। ਤਾਂ ਲੀਗਲੀ ਇਹ ਬੜਾ ਈਜ਼ੀਲੀ ਇਨਫਰੈਂਸ ਡਰਾ ਹੋ ਜਾਂਦਾ ਹੈ। ਜਿੰਨੇ ਵੀ ਅਬਡਕਸ਼ਨ ਕੇਸ ਆ ਉੱਤੇ ਸਜ਼ਾ ਸਿਰਫ ਲੀਗਲ ਇਨਫਰੈਂਸ 'ਤੇ ਹੁੰਦੀ ਹੈ ਕਿ ਜੇ ਤੁਸੀਂ ਐਕਸਪਲੇਨ ਨਾ ਕਰ ਸਕੇ ਟੂ ਦਾ ਕੋਰਟ ਸੈਟਿਸਫੈਕਸ਼ਨ ਕਿ ਵਾਕਿਆ ਹੀ ਬੰਦਾ ਭੱਜਿਆ, ਔਰ ਉਹਦੇ ਵਿੱਚ ਬੜੇ ਲਕੂਨਾ ਹੈ ਕਿਉਂਕਿ ਅਲਟੀਮੇਟਲੀ ਇਹ ਐਵੀਡੈਂਸ ਕਲੀਅਰ ਹੈ, ਸਪੈਸ਼ਲੀ ਵਕੀਲ ਲੇਡੀ ਲਾਇਰ ਦਾ ਐਵੀਡੈਂਸ ਬੜਾ ਕਲੀਅਰ ਹੈ ਕਿ ਉਹਨੂੰ ਵੀ ਅਰੈਸਟ ਕੀਤਾ ਸੀ, ਉਹਦੇ ਸਾਹਮਣੇ ਉਹਨੂੰ ਟੌਰਚਰ ਕੀਤਾ, ਉਹਦੀ ਹਾਲਾਤ ਇੰਨੀ ਬੁਰੀ ਸੀ ਕਿ ਉਹਨੇ ਜ਼ਿਆਦਾ ਜ਼ਿੰਦਾ ਨਹੀਂ ਸੀ ਬਚਣਾ, ਐਂਡ ਭੱਜਣ ਦਾ ਤਾਂ ਸਵਾਲ ਹੀ ਪੈਦਾ ਨਹੀਂ। ਸੋ ਜਿਹੜਾ ਹੁਣ ਤੁਹਾਨੂੰ ਕੀ ਲੱਗਦਾ ਅੱਗੇ ਕਿੱਥੋਂ ਤੱਕ ਹੋਏਗਾ, ਕਿਉਂਕਿ ਜਿਹੜੀਆਂ ਗੱਲਾਂ ਆ ਰਹੀਆਂ ਨੇ ਉਹ ਆ ਰਹੀਆਂ ਨੇ ਕਿ ਕੱਲ ਜਿਸ ਤਰੀਕੇ ਨਾਲ ਜਿਹੜੇ ਸਾਬਕਾ DGP ਸੀ ਉਹਨਾਂ ਨੇ ਸ਼ਾਇਦ ਇੱਥੋਂ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਹਿਮਾਚਲ ਵੱਲ ਨੂੰ ਗਏ ਸੀ, ਉੱਥੋਂ ਉਹਨਾਂ ਨੂੰ ਡਿਨਾਈਲ ਹੋ ਗਈ ਸੀ, ਤੇ ਹੁਣ ਜਿਹੜੀਆਂ ਖਬਰਾਂ ਮਤਲਬ ਕਿ ਸੋਰਸਿਸ ਦੇ ਥਰੂ ਆ ਰਹੀਆਂ ਨੇ ਕਿ ਸ਼ਾਇਦ ਉਹ ਦਿੱਲੀ ਚਲੇ ਗਏ ਨੇ, ਹੋ ਸਕਦਾ ਉਹ ਆਪਣੀ ਕਿਸੇ ਤਰੀਕੇ ਦੀ ਪੈਰਵਾਈ ਹੈ। ਇਸ ਤਰ੍ਹਾਂ ਕੀ ਮਤਲਬ ਕਿ ਕਨਕਲੂਜਨ ਤੁਸੀਂ ਅੱਗੇ ਕੇਸ ਨੂੰ ਕਿਵੇਂ ਦੇਖਦੇ ਹੋ? ਜੇ ਤਾਂ ਇਹ ਹੁੰਦਾ ਮਤਲਬ ਉੱਥੋਂ ਕੋਈ ਰਿਲੀਫ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਦੁਬਾਰਾ ਤੋਂ ਕੋਈ ਕਰ ਸਕਦੇ ਆ ਅਪਰੋਚ, ਜਾਂ ਦੂਸਰੀ ਗੱਲ ਇਹ ਹੈ ਕਿ ਜੇ ਕੇਸ ਇਨ ਕੇਸ ਚੱਲਦਾ ਹੈ ਇਸ 'ਚ ਅਰੈਸਟ ਦੀ ਕਿੰਨੀ ਕੁ ਗੁੰਜਾਇਸ਼ ਹੁੰਦੀ ਹੈ, ਜੇ ਨਹੀਂ ਹੈਗੀ ਤਾਂ ਅੱਗੇ ਕਿਸ ਤਰ੍ਹਾਂ ਦਾ ਕੇਸ ਚੱਲ ਸਕਦਾ ਹੈ? ਨਹੀਂ, ਦੇਖੋ, ਪਹਿਲੀ ਗਲਤੀ ਤਾਂ ਸਰਕਾਰ ਨੇ ਕਰਤੀ ਕਿ 302 ਦਾ ਬਣਾਇਆ, ਅਬਡਕਸ਼ਨ ਦਾ ਕੇਸ ਬਣਾਇਆ, ਅਬਡਕਸ਼ਨ ਵਿਦ ਇੰਟੈਂਟ ਟੂ ਮਰਡਰ। ਨੋ ਡਾਊਟ ਉਹਦੀ ਵੀ ਸਜ਼ਾ ਉਮਰ ਕੈਦ ਹੋ ਸਕਦੀ ਹੈ, ਉਹਦੇ 'ਚ ਘੱਟ ਵੀ ਹੋ ਸਕਦੀ ਹੈ, 302 ਵਿੱਚ ਘੱਟੋ ਘੱਟ ਉਮਰ ਕੈਦ ਹੁੰਦੀ ਹੈ। ਤਾਂ ਪਹਿਲੀ ਗਲਤੀ ਕਰਤੀ। ਦੂਸਰੀ ਗਲਤੀ, ਲੌਕਆਊਟ ਦੇ ਵਿੱਚ ਵੀ ਤੁਸੀਂ ਆਪਣੇ DGP Z ਸਿਕਿਉਰਿਟੀ ਵਾਲੇ ਨੂੰ ਜੇ ਅਰੈਸਟ ਨਾ ਕਰ ਸਕੇ, ਇਹਦਾ ਮਤਲਬ ਤੁਹਾਡੀ ਜਿਹੜੀ ਇੰਟੈਂਸ਼ਨ ਹੈ ਇਹਨੂੰ ਵਾਕਿਆ ਹੀ ਇਹਨੂੰ ਸਿਰੇ 'ਤੇ ਪਹੁੰਚਾਉਣ ਦੀ ਨਹੀਂ ਹੈ। ਇੱਕ ਤਰ੍ਹਾਂ ਦਾ ਹਾਫ ਹਾਰਟਡ ਕੰਮ ਕਰਨ ਦੀ ਲੋੜ ਹੈ ਤਾਂ ਕਿ ਉਹ ਡਰ ਜਾਏ ਔਰ ਜੋ ਵੀ ਇਹ ਚਾਹੁੰਦੇ ਆ ਉੱਦਾਂ ਕਰਨ ਲੱਗ ਪਏ। ਜੇ ਉਹਨਾਂ ਕੋਲ ਕੋਈ ਸਬੂਤ ਹੈ ਉਹ ਸਬੂਤ ਚਾਹੁੰਦੇ ਨੇ, ਜੇ ਉਹ ਚਾਹੁੰਦੇ ਨੇ ਕੋਈ ਅਪੀਲ ਦਾਇਰ ਕੀਤੀ ਉਹ ਵਾਪਸ ਕਰਨਾ ਚਾਹੁੰਦੇ, ਇਹੋ ਜਿਹੀ ਮਨਸ਼ਾ ਲੱਗਦੀ ਹੈ ਕਿਉਂਕਿ ਅਦਰਵਾਈਜ਼ ਇੰਨੀਆਂ ਲਕੂਨੇ FIR ਵਿੱਚ ਹੋ ਨਹੀਂ ਸਕਦੇ ਸੀ, ਔਰ ਇਹ ਕਦੀ ਹੋ ਨਹੀਂ ਸਕਦਾ ਸੀ ਜੇ ਸਰਕਾਰ ਚਾਹੁੰਦੀ ਕਿ DGP ਆਪਣੇ DGP ਨੂੰ ਅਰੈਸਟ ਨਾ ਕਰ ਸਕਣ। ਕਿਉਂਕਿ ਜਿਹੜਾ ਐਵੀਡੈਂਸ ਜਦੋਂ ਤੁਸੀਂ ਕਿਸੇ ਮੁਜਰਮ ਨੂੰ 302 ਵਿੱਚ ਅਰੈਸਟ ਕਰਦੇ ਹੋ, ਫਿਰ ਤੁਸੀਂ ਉਹਦੇ ਘਰ ਸਰਚ ਕਰਦੇ ਹੋ, ਤੁਸੀਂ ਉਹਨੂੰ ਇੰਟਰੋਗੇਟ ਕਰਦੇ ਹੋ, ਤਾਂ ਹੋਰ ਬੜਾ ਐਵੀਡੈਂਸ ਤਾਂ ਹੀ ਨਿਕਲਦਾ ਔਰ ਉਹ ਐਵੀਡੈਂਸ ਹੋਰ ਕੇਸਾਂ ਦਾ ਵੀ ਨਿਕਲ ਸਕਦਾ ਸੀ ਜਿੰਨਾ ਇਹਨਾਂ ਦੀ ਬੈਕਗਰਾਊਂਡ ਹੈ ਸਮੇਤ ਸਿੰਘ ਸੈਣੀ ਹੋਣਾ ਦੀ। ਤਾਂ ਇਸ ਕਰਕੇ ਸਰਕਾਰ ਦੀ ਜਿਹੜੀ ਮਨਸ਼ਾ ਕੀ ਹੈ ਔਰ ਕਲੀਅਰਲੀ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਜਾਣਗੇ ਕਿਉਂਕਿ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ। ਤਾਂ ਇਸ ਕਰਕੇ ਇਹ ਅਲਟੀਮੇਟਲੀ ਸੁਪਰੀਮ ਕੋਰਟ ਦੀ ਪ੍ਰੋਟੈਕਸ਼ਨ ਕਿੰਨੀ ਕੁ ਦੇ ਪਾਏਗਾ, ਉਹ ਪੁਰਾਣੇ ਆਰਡਰ ਦਾ ਕਿੰਨੀ ਕੁ ਵੈਲਿਡਿਟੀ ਹੈ, ਇਹ ਸਾਰੀਆਂ ਗੱਲਾਂ ਹੁਣ ਨਵੀਂ ਪ੍ਰੋਸੀਡਿੰਗ ਵਿੱਚ ਟੈਸਟ ਹੋਣਗੀਆਂ। ਮਗਰ ਜੇ ਇਹ ਸੁਪਰੀਮ ਕੋਰਟ ਇੰਟਰਫੇਅਰ ਨਹੀਂ ਕਰਦਾ, ਹਾਈ ਕੋਰਟ ਨਹੀਂ ਕਰਦਾ, ਜ਼ਮਾਨਤ ਤਾਂ ਪੱਕੀ ਮਿਲ ਹੀ ਜਾਏਗੀ, ਉਹਦੇ 'ਚ ਕੋਈ ਡਾਊਟ ਹੀ ਨਹੀਂ ਹੈ ਕਿਉਂਕਿ ਸਾਡੇ ਸਾਰੇ ਪੁਲਿਸ ਕੇਸਾਂ ਵਿੱਚ ਪੁਲਿਸ ਅਫਸਰਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਔਰ ਸਪੈਸ਼ਲੀ ਜਿਹੜਾ ਇੰਨਾ ਡਿਲੇਡ FIR ਉਹਦੇ ਜ਼ਮਾਨਤ ਤਾਂ ਮਿਲ ਹੀ ਜਾਣੀ ਹੈ। ਮਗਰ ਕੇਸ ਬੜਾ ਸਟਰੋਂਗ ਹੈ, ਪੂਰਾ ਐਸਟੈਬਲਿਸ਼ਡ ਹੈ ਐਂਡ ਸਰਕਮਸਟੈਂਸਿਸ ਇੰਨੀਆਂ ਟੈਲਿੰਗ ਹੈ ਕਿ ਇਹਦੇ 'ਚ ਬਚਣਾ ਮੁਸ਼ਕਿਲ ਹੈ ਜੇ ਕੋਰਟ ਇਹਨੂੰ ਚੱਲਣ ਦੇਵੇ। ਤਾਂ ਇਸ ਕਰਕੇ ਜੇ ਤਾਂ ਕੋਰਟ ਨੇ ਬੇਲ ਦੇ ਦਿੱਤੀ, ਪ੍ਰੋਟੈਕਸ਼ਨ ਦੇ ਦਿੱਤੀ, ਬਟ ਕੇਸ ਚੱਲਦਾ ਰਿਹਾ, ਫਿਰ ਤਾਂ ਬੜੀ ਵੱਡੀ ਸੰਭਾਵਨਾ ਹੈ ਕਿ ਸਜ਼ਾ ਵੀ ਹੋ ਜਾਏਗੀ। ਇਹ ਸੀਗੇ ਸਾਡੇ ਨਾਲ ਕਾਨੂੰਨੀ ਮਾਹਿਰ ਰਾਜਵਿੰਦਰ ਸਿੰਘ ਬੈਂਸ ਜੋ ਕਿ ਐਡਵੋਕੇਟ ਨੇ ਤੇ ਹਰਿਆਣਾ ਐਂਡ ਪੰਜਾਬ ਹਾਈ ਕੋਰਟ ਦੇ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ FIR ਹੈ ਉਹਦੇ ਵਿੱਚ ਕਾਫੀ ਲਕੂਲਾਂ ਨੇ, ਕਾਫੀ ਉਹਦੇ 'ਚ ਕਮੀਆਂ ਵੀ ਨੇ, ਪਰ ਦੂਜੇ ਪਾਸੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਕਿਉਂਕਿ ਕਾਫੀ ਦੇਰ ਵਿੱਚ ਇਹਦੇ ਵਕਫਾ ਪਿਆ, ਇਸ ਕਰਕੇ ਕਿਤੇ ਨਾ ਕਿਤੇ ਐਵੇਂ ਵੀ ਲੱਗਦਾ ਕਿ ਸ਼ਾਇਦ ਇਹ ਪੋਲੀਟੀਕਲੀ ਮੋਟੀਵੇਟਿਡ ਵੀ ਹੈਗਾ। ਇਨਸਾਫ ਕਿਹਨੂੰ ਮਿਲੇਗਾ, ਕਿਵੇਂ ਮਿਲੇਗਾ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਫॉर द ਟਾਈਮ ਬੀਇੰਗ ਜਿਹੜਾ ਹੈਗਾ ਸਾਬਕਾ DGP ਜਿਹੜੇ ਨੇ ਉਹਨਾਂ ਵਾਸਤੇ ਤੇ ਬਾਕੀ ਜਿਹੜਾ ਤੇ ਕੇਸ ਦਰਜ ਹੋਇਆ ਉਹਨਾਂ ਲਈ ਮੁਸ਼ਕਿਲਾਂ ਜਿਹੜੀਆਂ ਇੱਕ ਵਾਰੀ ਤਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਕੈਮਰਾਮੈਨ ਕੁਲਵਿੰਦਰ ਸੂਦ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ।